ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਜਦੋਂ ਤੋਂ ਪੰਜਾਬ ਦੇ ਵਿੱਚ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਹੀ ਕਈ ਅਜਿਹੇ ਫੈਸਲੇ ਕੀਤੇ ਗਏ ਨੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਵਾਪਸ ਲੈਣਾ ਪਿਆ ਹੈ। ਮਤਲਬ ਕਿ ਪੰਜਾਬ ਸਰਕਾਰ ਨੂੰ ਯੂ ਟਰਨ ਲੈਣੇ ਪਏ ਨੇ ਅਤੇ ਹੁਣ ਮੋਟਰਸਾਈਕਲ ਰੇਹੜੀਆਂ ਬੰਦ ਕਰਨ ਦੇ ਫੈਸਲੇ ਤੇ ਵੀ ਮਾਨ ਸਰਕਾਰ ਦੇ ਵੱਲੋਂ ਯੂ ਟਰਨ ਲਿਆ ਗਿਆ ਹੈ। ਏਡੀਜੀਪੀ ਟ੍ਰੈਫਿਕ ਦੇ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਇੱਕ ਨੋਟਿਸ ਕੱਢਿਆ ਗਿਆ ਸੀ ਕਿ ਮੋਟਰਸਾਈਕਲ ਰੇੜੀਆਂ ਆਪਾਂ ਬੰਦ ਕਰ ਦੇਣੀਆਂ ਨੇ, ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੰਜ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਵੇਂ ਇਸ ਫੈਸਲੇ ਦੇ ਬਾਰੇ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਹੀਂ ਸੀ। ਦੱਸਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਟ੍ਰੈਫਿਕ ਪੁਲਿਸ ਦੇ ਇਸ ਫੈਸਲੇ ਤੋਂ ਨਾਰਾਜ਼ ਨੇ, ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਦੇ ਵੱਲੋਂ ਇਸ ਫੈਸਲੇ ਨੂੰ ਵਾਪਸ ਲੈ ਲਿਆ ਗਿਆ। ਪਰ ਜੇਕਰ ਸਰਕਾਰ ਇਹ ਕਹੇਗੀ ਕਿ ਸਾਡੀ ਪੁਲਿਸ ਨੇ ਇੰਨਾ ਵੱਡਾ ਫੈਸਲਾ ਲੈ ਲਿਆ ਅਤੇ ਨਾ ਤਾਂ ਮੁੱਖ ਮੰਤਰੀ ਨੂੰ ਪਤਾ ਸੀ ਅਤੇ ਨਾ ਹੀ ਗ੍ਰਹਿ ਮੰਤਰੀ ਨੂੰ ਪਤਾ ਸੀ, ਕਿਉਂਕਿ ਇੱਕ ਹੀ ਬੰਦਾ ਦੋ ਅਹੁਦਿਆਂ ਤੇ ਬੈਠਾ ਹੋਇਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੋਲ ਹੀ ਗ੍ਰਹਿ ਮੰਤਰਾਲਾ ਵੀ ਹੈ। ਇਸ ਦਾ ਮਤਲਬ ਇਹ ਹੈ ਕਿ ਪੁਲਿਸ ਕੀ ਕਰ ਰਹੀ ਹੈ ਭਗਵੰਤ ਸਿੰਘ ਮਾਨ ਨੂੰ ਹੀ ਨਹੀਂ ਪਤਾ। ਇਸੇ ਕਰਕੇ ਵਿਰੋਧੀ ਧਿਰਾਂ ਨੂੰ ਵੀ ਹੁਣ ਮਾਨ ਸਰਕਾਰ ਨੂੰ ਘੇਰਨ ਦਾ ਮੌਕਾ ਮਿਲ ਗਿਆ ਹੈ। ਹੁਣ ਖਬਰਾਂ ਆ ਰਹੀਆਂ ਨੇ ਕਿ ਟਰਾਂਸਪੋਰਟ ਮਹਿਕਮੇ ਨੂੰ ਤਲਬ ਕਰ ਲਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਟਰਾਂਸਪੋਰਟ ਮੰਤਰੀ ਨੂੰ ਵੀ ਸੱਦ ਲਿਆ ਗਿਆ ਹੈ, ਏਡੀਜੀਪੀ ਨੂੰ ਵੀ ਸੱਦ ਲਿਆ ਗਿਆ ਹੈ ਅਤੇ ਹੋਰ ਅਧਿਕਾਰੀਆਂ ਨੂੰ ਸੱਦ ਕੇ ਉਹਨਾਂ ਤੋਂ ਜਵਾਬ ਤਲਬੀ ਕੀਤੀ ਗਈ ਹੈ। ਪਰ ਇਸ ਸਭ ਦੇ ਵਿੱਚ ਸਵਾਲ ਇਹ ਵੀ ਉੱਠ ਪਿਆ ਕਿ ਪੰਜਾਬ ਦੇ ਵਿੱਚ ਕੀ ਫੈਸਲੇ ਹੋ ਰਹੇ ਨੇ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ। ਪਰ ਮੋਟਰਸਾਈਕਲ ਰੇੜੀਆਂ ਦਾ ਫੈਸਲਾ ਵਾਪਸ ਹੋਣ ਤੋਂ ਬਾਅਦ ਰੇੜੀਆਂ ਵਾਲੇ ਇੱਥੇ ਫੁੱਲੇ ਸਮਾਉਂਦੇ ਦਿਖਾਈ ਨਹੀਂ ਦਿੰਦੇ। ਆਪਣੀ ਖੁਸ਼ੀ ਦਾ ਇਜ਼ਹਾਰ ਇੱਥੇ ਮੋਟਰਸਾਈਕਲ ਰੇੜੀਆਂ ਵਾਲਿਆਂ ਦੇ ਵੱਲੋਂ ਲੱਡੂ ਵੰਡ ਕੇ ਕੀਤਾ ਗਿਆ ਅਤੇ ਕੀ ਕਹਿਣਾ ਹੈ ਇਹਨਾਂ ਮੋਟਰਸਾਈਕਲ ਰੇੜੀਆਂ ਵਾਲਿਆਂ ਦਾ। ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਦਾ ਹੀ ਬਿਆਨ ਸੁਣਾ ਦਿੰਨੇ ਆ। ਮਜ਼ਦੂਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਮਜ਼ਦੂਰੀ ਨਹੀਂ ਦੱਬਿਆ ਗਿਆ ਯਾਰੋ। ਉਹ ਮਜ਼ਦੂਰ ਨੂੰ ਦੱਬਣ ਫਿਰਦੇ ਸੀ ਮਜ਼ਦੂਰ ਨਹੀਂ ਦੱਬਿਆ ਗਿਆ ਯਾਰੋ। ਅਸੀਂ ਜਾਣਦੇ ਵੀ ਇਹੋ ਜਿਹੀ ਸਰਕਾਰ ਨੂੰ ਗਰੀਬਾਂ ਦੇ ਉੱਤੇ ਕੋਈ ਫੈਸਲੇ ਲੈਣੇ ਨਹੀਂ ਚਾਹੀਦੇ। ਫੈਸਲੇ ਲੈਣ ਉਹਨਾਂ ਦੇ ਜਿਹੜੇ ਕੋਈ ਚੋਰੀਆਂ ਕਰਦੇ ਡਾਕੂਏ ਆ ਜਾਂ ਸਮੈਕਾਂ ਵੇਚਦੇ ਆ, ਉਹਨਾਂ ਵਾਸਤੇ ਫੈਸਲੇ ਲੈਣ। ਇਹ ਗਰੀਬਾਂ ਵਾਸਤੇ ਕੀ ਫੈਸਲਾ ਲੈਣਾ। ਅਸੀਂ ਤੇ ਅੱਗੇ ਹੀ ਰੋਜ਼ ਦੀ ਰੋਟੀ ਕਮਾ ਕੇ ਤੇ ਰੋਜ਼ ਦੀ ਰੋਟੀ ਖਾਣੇ, ਆਪਣੇ ਬੱਚਿਆਂ ਨੂੰ ਪਾਲਦੇ ਹਾਂ। ਤੇ ਮਾਨ ਸਾਹਿਬ ਦਾ ਬਹੁਤ ਮੈਂ ਧੰਨਵਾਦ ਕਰਦਾ। ਮੈਂ ਆਪਣੇ ਮਜ਼ਦੂਰ ਏਕਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਕਦਮ ਚੁੱਕਿਆ, ਮੋਢੇ ਦੇ ਨਾਲ ਮੋਢਾ ਲਾ ਕੇ ਤੇ ਇਸ ਕੰਮ ਨੂੰ ਸਫਲਤਾ ਦਿੱਤੀ ਆ। ਇਹਨਾਂ ਰੇੜੀਆਂ ਵਾਲਿਆਂ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਮਾਨ ਸਰਕਾਰ ਨੂੰ ਇਸ ਫੈਸਲੇ ਤੇ ਘੇਰਿਆ ਜਾ ਰਿਹਾ ਹੈ। ਪਹਿਲਾਂ ਫੈਸਲੇ ਤੇ ਘੇਰਿਆ ਗਿਆ ਸੀ ਅਤੇ ਹੁਣ ਧੰਨਵਾਦ ਤਾਂ ਕੀਤਾ ਹੀ ਜਾ ਰਿਹਾ ਹੈ ਕਿ ਤੁਸੀਂ ਠੀਕ ਫੈਸਲਾ ਲਿਆ ਹੈ, ਫੈਸਲਾ ਵਾਪਸ ਲੈ ਕੇ। ਪਰ ਨਾਲ ਦੀ ਨਾਲ ਤੰਜ਼ ਵੀ ਕਸੇ ਜਾਣ ਲੱਗ ਪਏ ਨੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਗਵੰਤ ਮਾਨ ਦੇ ਇਸ ਫੈਸਲੇ ਤੇ ਟਵੀਟ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਇਸ਼ਾਰਾ ਦਿੱਲੀ ਵੱਲ ਨੂੰ ਕਰ ਦਿੱਤਾ ਹੈ। ਆਪਣੇ ਟਵੀਟ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਲਿਖਦੇ ਨੇ, ਮਾਨ ਸਾਹਿਬ ਸ਼ੁਕਰੀਆ, ਘੱਟੋ ਘੱਟ ਤੁਸੀਂ ਛੇਤੀ ਹੀ ਫੈਸਲਾ ਵਾਪਸ ਲੈ ਲਿਆ। ਸਮਝ ਨਹੀਂ ਆਇਆ ਕਿ ਸਰਕਾਰ ਕੌਣ ਚਲਾ ਰਿਹਾ ਹੈ। ਜੇ ਦਿੱਲੀ ਤੋਂ ਸਰਕਾਰ ਚੱਲੇਗੀ ਤੇ ਇਸ ਤਰ੍ਹਾਂ ਦੇ ਗਲਤ ਫੈਸਲੇ ਹੋਣਗੇ ਅਤੇ ਫਿਰ ਘਬਰਾ ਕੇ ਵਾਪਸ ਲੈਣੇ ਪੈਣਗੇ। ਧਿਆਨ ਨਾਲ ਸਰਕਾਰ ਦੇ ਫੈਸਲੇ ਲਵੋ, ਅਫਸਰਸ਼ਾਹੀ ਦੀ ਲਗਾਮ ਆਪਣੇ ਹੱਥ ਵਿੱਚ ਰੱਖੋ। ਰਾਜਾ ਵੜਿੰਗ ਨੇ ਇੱਥੇ ਇਸ਼ਾਰਾ ਨਹੀਂ ਕੀਤਾ, ਸਗੋਂ ਸਿੱਧਾ ਹੀ ਕਹਿ ਦਿੱਤਾ ਹੈ ਕਿ ਪੰਜਾਬ ਦੇ ਫੈਸਲੇ ਦਿੱਲੀ ਵਾਲਿਆਂ ਦੇ ਵੱਲੋਂ ਲਏ ਜਾ ਰਹੇ ਨੇ, ਕਿਉਂਕਿ ਭਗਵੰਤ ਮਾਨ ਦੀ ਸਰਕਾਰ ਤੇ ਇਲਜ਼ਾਮ ਲੱਗਦਾ ਹੈ ਕਿ ਨਾਮ ਦੇ ਮੁੱਖ ਮੰਤਰੀ ਤਾਂ ਭਗਵੰਤ ਮਾਨ ਨੇ, ਪਰ ਪੰਜਾਬ ਦੀ ਸਰਕਾਰ ਅਸਲ ਦੇ ਵਿੱਚ ਦਿੱਲੀੋਂ ਚੱਲ ਰਹੀ ਹੈ। ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਡਾ ਪੰਜਾਬ ਦੀ ਸਰਕਾਰ ਚਲਾ ਰਹੇ ਨੇ, ਅਮਰਿੰਦਰ ਸਿੰਘ ਰਾਜਾ ਵੜਿੰਗੀ ਨਹੀਂ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੀ ਕੁਝ ਦਿਨ ਪਹਿਲਾਂ ਇਹ ਦਾਅਵਾ ਕੀਤਾ ਗਿਆ ਸੀ ਕਿ ਚੰਡੀਗੜ੍ਹ ਦੇ ਵਿੱਚ ਬੈਠ ਕੇ ਰਾਘਵ ਚੱਡਾ ਅਫਸਰਾਂ ਨੂੰ ਸਿੱਧੇ ਤੌਰ ਤੇ ਡਿਕਟੇਟ ਕਰ ਰਹੇ ਨੇ। ਡਿਕਟੇਟ ਦਾ ਮਤਲਬ ਹੈ ਕਿ ਉਹਨਾਂ ਦੀਆਂ ਪ੍ਰਮੋਸ਼ਨਾਂ ਕਰ ਰਹੇ ਨੇ, ਉਹਨਾਂ ਦੀਆਂ ਸਿਲੈਕਸ਼ਨਾਂ ਕਰ ਰਹੇ ਨੇ, ਉਹਨਾਂ ਦੇ ਇੰਟਰਵਿਊਜ਼ ਵੀ ਰਾਘਵ ਚੱਡਾ ਦੇ ਵੱਲੋਂ ਲਏ ਜਾ ਰਹੇ ਨੇ, ਜਦ ਕਿ ਇਹ ਕੰਮ ਮੁੱਖ ਮੰਤਰੀ ਦਾ ਹੁੰਦਾ ਏ। ਰਾਘਵ ਚੱਡਾ ਕਿਸ ਅਧਿਕਾਰ ਦੇ ਨਾਲ ਇਹ ਸਾਰਾ ਕੁਝ ਕਰ ਰਹੇ ਨੇ। ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੀ ਇਹ ਸਲਾਹ ਵੀ ਦੇ ਦਿੱਤੀ ਗਈ ਸੀ ਭਗਵੰਤ ਮਾਨ ਨੂੰ ਕਿ ਜ਼ਰਾ ਤਗੜੇ ਹੋਵੋ, ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ, ਤੁਹਾਨੂੰ ਤਗੜੇ ਹੋਣਾ ਚਾਹੀਦਾ ਹੈ, ਆਪਣੇ ਫੈਸਲੇ ਤੁਹਾਨੂੰ ਆਪ ਲੈਣੇ ਚਾਹੀਦੇ ਨੇ, ਇਸ ਤਰ੍ਹਾਂ ਦਿੱਲੀ ਦੇ ਅੱਗੇ ਤੁਹਾਨੂੰ ਨਹੀਂ ਝੁਕਣਾ ਚਾਹੀਦਾ ਹੈ। ਇਹ ਸਲਾਹ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੀ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਿੱਤੀ ਗਈ ਸੀ ਅਤੇ ਹੁਣ ਸਮਾਜ ਸੇਵੀ ਲੱਖਾ ਸਿਧਾਣਾ ਦੇ ਵੱਲੋਂ ਵੀ ਇਹੀ ਸਲਾਹ ਭਗਵੰਤ ਮਾਨ ਨੂੰ ਦੇ ਦਿੱਤੀ ਗਈ ਹੈ। ਇਸੇ ਹੀ ਫੈਸਲੇ ਤੇ ਬੋਲਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ਇਸ ਦਾ ਮਤਲਬ ਅਸੀਂ ਇਹ ਸਮਝੀਏ ਕਿ ਫੈਸਲੇ ਦਿੱਲੀੋਂ ਆ ਰਹੇ ਨੇ, ਤਗੜੇ ਹੋਵੋ ਭਗਵੰਤ ਮਾਨ ਸਾਹਿਬ।
ਤੁਹਾਨੂੰ ਇਹੀ ਛੋਟਾ ਭਰਾ ਹੋਣ ਦੇ ਮੈਂ ਨਾਤੇ, ਤੁਹਾਡਾ ਛੋਟਾ ਭਰਾ ਹੋਣ ਦੇ ਨਾਤੇ ਮੈਂ ਸਲਾਹ ਦਿੰਦਾ ਕਿ ਉਹਨਾਂ ਦਾ ਦਾਬਾ ਚੱਕੋ। ਆ ਕਿੱਡੀ ਹਾਸੋਹੀਣੀ ਗੱਲ ਆ ਜੇ ਅੱਜ ਵਾਲੀ ਆਪਾਂ ਗੱਲ ਕਰੀਏ ਕਿ ਆ ਜਿਹੜਾ ਵਿਚਾਰੇ ਰੇਹੜਿਆਂ ਵਾਲੇ ਸੀਗੇ ਜਿਹੜੇ ਬਣਾ ਕੇ ਉਹ ਜੁਗਾੜ ਜਾ ਤੇ ਆਪਣਾ ਟਾਈਮ ਪਾਸ ਕਰਦੇ ਸੀ, ਉਹ ਤੁਹਾਡੇ ਅਫਸਰ ਬੰਦ ਕਰ ਦਿੰਦੇ ਆ, ਤੁਸੀਂ ਉਦੋਂ ਰੱਦ ਕਰ ਦਿੰਦੇ ਹੋ। ਇਹ ਤੋਂ ਕੀ ਸਮਝਿਆ ਜਾਵੇ? ਇਹ ਤੋਂ ਪੰਜਾਬ ਦੇ ਲੋਕ ਕੀ ਸਮਝਣ ਵੀ ਅਫਸਰਾਂ ਨੂੰ ਸਿੱਧੇ ਫਰਮਾਨ ਦਿੱਲੀ ਤੋਂ ਆਉਂਦੇ ਆ, ਜੇ ਦਿੱਲੀ ਨਾਲ ਗੱਲ ਕਰਕੇ ਅਫਸਰ ਇੱਥੇ ਕੰਮ ਕਰਦੇ ਆ, ਤੁਹਾਨੂੰ ਪਤਾ ਹੀ ਨਹੀਂ ਹੁੰਦਾ। ਇਹ ਚੱਕ ਦਿਓ ਦਾਬਾ, ਅਸੀਂ ਤੁਹਾਡੇ ਨਾਲ ਆ ਯਾਰ, ਹਰ ਪੱਖ ਤੋਂ ਨਾਲ, ਸਮੇਂ ਤੇ ਜਿੱਥੇ ਤੁਹਾਨੂੰ ਲੋੜ ਪਊ ਨਾਲ ਖੜਾਂਗੇ, ਕਿਉਂਕਿ ਮਸਲਾ ਪੰਜਾਬ ਦਾ ਹੈ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਇਸ ਤਰ੍ਹਾਂ ਲਗਭਗ ਸਾਰੇ ਹੀ ਲੀਡਰਾਂ ਦੇ ਵੱਲੋਂ ਭਗਵੰਤ ਮਾਨ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਤੁਹਾਨੂੰ ਦਿੱਲੀ ਵਾਲਿਆਂ ਦੇ ਅੱਗੇ ਝੁਕਣਾ ਨਹੀਂ ਚਾਹੀਦਾ। ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਸੀ ਕਿ ਜੇਕਰ ਤੁਸੀਂ ਮਾਫੀਆ ਦੇ ਉੱਪਰ ਨਕੇਲ ਕੱਸੋਗੇ, ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਮੈਂ ਤੁਹਾਡਾ ਸਾਥ ਦਿਆਂਗਾ, ਪਰ ਜੇਕਰ ਤੁਸੀਂ ਤੁਣਕਿਆਂ ਤੇ ਚੱਲੇ ਤਾਂ ਫਿਰ ਕੰਮ ਨਹੀਂ ਬਣਨਾ ਏ। ਜੇਕਰ ਤੁਸੀਂ ਝੁਕ ਗਏ ਤਾਂ ਫਿਰ ਗੱਲ ਨਹੀਂ ਬਣਨੀ ਹੈ, ਕਿਉਂਕਿ ਗੱਲ ਪੰਜਾਬੀਅਤ ਦੀ ਹੈ। ਉਹਨਾਂ ਨੇ ਵੀ ਇਹੀ ਕਿਹਾ ਕਿ ਦਿੱਲੀੋਂ ਫੈਸਲੇ ਹੋ ਰਹੇ ਨੇ ਅਤੇ ਭਗਵੰਤ ਮਾਨ ਨੂੰ ਰਬੜ ਦਾ ਗੁੱਡਾ ਬਣਾ ਕੇ ਇਸਤੇਮਾਲ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤਾ ਜਾ ਰਿਹਾ ਹੈ। ਪਰ ਵਾਰ-ਵਾਰ ਮਾਨ ਸਰਕਾਰ ਦੇ ਵੱਲੋਂ ਅਜਿਹੇ ਫੈਸਲੇ ਲਏ ਜਾ ਰਹੇ ਨੇ ਜਿਨ੍ਹਾਂ ਤੇ ਬਾਅਦ ਵਿੱਚ ਯੂ ਟਰਨ ਵੀ ਲੈਣਾ ਪੈ ਜਾਂਦਾ ਹੈ। ਹੁਣ ਤੱਕ ਮਾਨ ਸਰਕਾਰ ਦੇ ਵਿੱਚ 3 ਅਜਿਹੇ ਫੈਸਲੇ ਲਏ ਗਏ ਨੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਬਦਲਣਾ ਪਿਆ ਹੈ। ਸਭ ਤੋਂ ਪਹਿਲਾ ਫੈਸਲਾ ਲਿਆ ਗਿਆ, ਵੈਸੇ ਤਾਂ ਰਾਜ ਸਭਾ ਦੇ ਮੈਂਬਰ ਭੇਜਣ ਦਾ ਫੈਸਲਾ ਸੀ, ਉਹ ਆਪ ਸਰਕਾਰ ਨੇ ਨਹੀਂ ਬਦਲਿਆ। ਬਹੁਤ ਜ਼ਿਆਦਾ ਸਖਤ ਵਿਰੋਧ ਹੋਇਆ, ਆਮ ਆਦਮੀ ਪਾਰਟੀ ਦੇ ਆਪਣੇ ਵਰਕਰਾਂ ਨੇ ਵੀ ਵਿਰੋਧ ਕੀਤਾ, ਪਰ ਮਾਨ ਸਰਕਾਰ ਨੇ ਉਹ ਫੈਸਲਾ ਨਹੀਂ ਬਦਲਿਆ ਅਤੇ ਗੈਰ ਪੰਜਾਬੀਆਂ ਨੂੰ ਰਾਜ ਸਭਾ ਦੇ ਵਿੱਚ ਭੇਜ ਦਿੱਤਾ ਗਿਆ। ਪਰ ਜਿਹੜੇ 3 ਯੂ ਟਰਨ ਲਏ ਗਏ ਨੇ ਉਹਨਾਂ ਬਾਰੇ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ। ਸਭ ਤੋਂ ਪਹਿਲਾ ਯੂ ਟਰਨ ਲਿਆ ਬਿਜਲੀ ਨੂੰ ਲੈ ਕੇ, ਮੁਫਤ ਬਿਜਲੀ ਦਾ ਐਲਾਨ ਕੀਤਾ ਗਿਆ ਭਗਵੰਤ ਸਿੰਘ ਮਾਨ ਦੇ ਵੱਲੋਂ ਕਿ ਜਿਹੜੇ ਜਨਰਲ ਕੈਟਾਗਰੀ ਦੇ ਨੇ ਉਹਨਾਂ ਨੂੰ ਸਾਰਾ ਬਿੱਲ ਭਰਨਾ ਪਵੇਗਾ ਜੇਕਰ 600 ਤੋਂ 1 ਵੀ ਯੂਨਿਟ ਉੱਪਰ ਜਾਂਦਾ ਹੈ। ਬਾਕੀ SC BC ਅਤੇ BPL ਪਰਿਵਾਰਾਂ ਨੂੰ ਨਹੀਂ ਭਰਨਾ ਪਵੇਗਾ, ਉਨਾ ਹੀ ਭਰਨਾ ਪਏਗਾ ਜਿੰਨੇ ਵੀ ਯੂਨਿਟ ਉੱਪਰ ਖਪਤ ਹੁੰਦੇ ਨੇ। ਪਰ ਬਾਅਦ ਦੇ ਵਿੱਚ ਵਿਰੋਧ ਹੋਇਆ ਕਿ ਜਨਰਲ ਕੈਟਾਗਰੀ ਵਾਲਿਆਂ ਨੇ ਤੁਹਾਡਾ ਕੀ ਵਿਗਾੜਿਆ ਹੈ, ਆਰਥਿਕ ਤੌਰ ਤੇ ਤੁਹਾਨੂੰ ਵੰਡ ਕਰਨੀ ਚਾਹੀਦੀ ਹੈ, ਜਾਤੀ ਪਾਤੀ ਦੇ ਆਧਾਰ ਤੇ ਨਹੀਂ ਕਰਨੀ ਚਾਹੀਦੀ। ਬਾਅਦ ਦੇ ਵਿੱਚ ਬਿਜਲੀ ਮੰਤਰੀ ਨੇ ਕਿਹਾ ਕਿ ਸਿਰਫ 1 ਕਿਲੋਵਾਟ ਤੱਕ ਹੀ ਐਸੀਆਂ ਨੂੰ ਵੀ ਮੁਆਫ ਹੋਏਗਾ ਅਤੇ ਉਹਨਾਂ ਨੂੰ ਹੀ ਹੋਏਗਾ ਜਿਹੜੇ ਕਿ ਇਨਕਮ ਟੈਕਸ ਵੀ ਨਹੀਂ ਭਰਦੇ। ਇਸ ਤਰੀਕੇ ਨਾਲ ਫਿਰ SC BC ਅਤੇ BPL ਦੇ ਲਈ ਵੀ ਨਵੀਆਂ ਸ਼ਰਤਾਂ ਲਾ ਦਿੱਤੀਆਂ ਗਈਆਂ। ਯੂ ਟਰਨ ਉੱਥੇ ਵੀ ਲੈਣਾ ਪਿਆ। ਭਗਵੰਤ ਮਾਨ ਨੇ 2 ਕਿਲੋਵਾਟ ਤੱਕ ਕਿਹਾ ਸੀ ਅਤੇ ਬਿਜਲੀ ਮੰਤਰੀ ਨੇ 1 ਕਿਲੋਵਾਟ ਤੱਕ ਕਹਿ ਦਿੱਤਾ। ਇੱਕ ਹੋ ਗਿਆ ਉਹ ਯੂ ਟਰਨ ਅਤੇ ਉਸ ਤੋਂ ਬਾਅਦ ਦੂਜਾ ਯੂ ਟਰਨ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਨੂੰ ਲੈ ਕੇ ਲੈਣਾ ਪਿਆ। 2000 ਦੇ ਕਰੀਬ ਕਿਸਾਨਾਂ ਦੇ ਵਾਰੰਟ ਜਾਰੀ ਹੋ ਗਏ ਜਿਹੜੇ ਕਿ ਡਿਫਾਲਟਰ ਸਨ ਖੇਤੀ ਵਿਕਾਸ ਬੈਂਕਾਂ ਦੇ। ਉਸ ਤੋਂ ਯੂ ਟਰਨ ਮਾਨ ਸਰਕਾਰ ਨੇ ਇਹ ਕਹਿ ਕੇ ਲਿਆ ਕਿ ਸਾਨੂੰ ਨਹੀਂ ਪਤਾ, ਚੰਨੀ ਸਰਕਾਰ ਇਹ ਵਾਰੰਟ ਜਾਰੀ ਕਰਕੇ ਗਈ ਸੀ, ਸਾਨੂੰ ਤੇ ਪਤਾ ਹੀ ਨਹੀਂ ਲੱਗਾ। ਸਾਨੂੰ ਹੁਣ ਪਤਾ ਲੱਗਾ ਹੈ ਕਿ ਵਾਰੰਟ ਜਾਰੀ ਹੋਏ ਨੇ, ਗ੍ਰਿਫਤਾਰੀਆਂ ਹੋਈਆਂ ਨੇ, ਅਸੀਂ ਇਹਨਾਂ ਵਾਰੰਟਾਂ ਨੂੰ ਰੱਦ ਕਰਦੇ ਹਾਂ। ਉਹ ਵੀ ਯੂ ਟਰਨ ਲੈਣਾ ਪੈ ਗਿਆ ਅਤੇ ਹੁਣ ਤੀਜਾ ਯੂ ਟਰਨ ਇਸ ਮਸਲੇ ਤੇ ਲੈਣਾ ਪਿਆ ਏ। ਇੱਥੇ ਵੀ ਇਹੀ ਕਿਹਾ ਕਿ ਸਾਡੇ ਮੁੱਖ ਮੰਤਰੀ ਨੂੰ ਤਾਂ ਪਤਾ ਹੀ ਨਹੀਂ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ। ਮੋਟਰਸਾਈਕਲ ਰੇਹੜੀਆਂ ਬੰਦ ਕਰਨ ਦਾ ਫੈਸਲਾ ਵੀ ਲਿਆ ਗਿਆ। ਸਾਡੇ ਮੁੱਖ ਮੰਤਰੀ ਨੂੰ ਪਤਾ ਨਹੀਂ ਸੀ, ਹੁਣ ਮੁੱਖ ਮੰਤਰੀ ਨੂੰ ਪਤਾ ਲੱਗਾ ਹੈ ਅਤੇ ਉਹ ਨਾਰਾਜ਼ ਹੋ ਗਏ ਨੇ। ਨਾਰਾਜ਼ ਹੋ ਕੇ ਉਹਨਾਂ ਨੇ ਇਹ ਫੈਸਲਾ ਹੁਣ ਵਾਪਸ ਕਰਵਾ ਦਿੱਤਾ ਹੈ। ਇਸ ਤਰ੍ਹਾਂ ਆਪਣੇ ਹੀ ਫੈਸਲਿਆਂ ਤੇ ਆਪ ਸਰਕਾਰ ਕਸੂਤੀ ਘਿਰਦੀ ਦਿਖਾਈ ਦਿੰਦੀ ਹੈ। ਇੱਕ ਸਵਾਲ ਅਸੀਂ ਇੱਥੇ ਤੁਹਾਡੇ ਕੋਲੋਂ ਪੁੱਛ ਲੈਣਾ ਚਾਹੁੰਦੇ ਹਾਂ, ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਹੋ ਰਹੇ ਫੈਸਲਿਆਂ ਦਾ ਪਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਹੀ ਨਹੀਂ ਤਾਂ ਆਖਰ ਪੰਜਾਬ ਸਰਕਾਰ ਚਲਾ ਕੌਣ ਰਿਹਾ ਹੈ? ਕਿਉਂਕਿ ਮੁੱਖ ਮੰਤਰੀ ਵੀ ਭਗਵੰਤ ਸਿੰਘ ਮਾਨ ਨੇ, ਗ੍ਰਹਿ ਮੰਤਰੀ ਵੀ ਭਗਵੰਤ ਸਿੰਘ ਮਾਨ ਨੇ। ਜੇਕਰ ਉਹਨਾਂ ਨੂੰ ਹੀ ਪਤਾ ਨਹੀਂ ਕਿ ਹੋ ਕੀ ਰਿਹਾ ਹੈ ਤਾਂ ਫਿਰ ਸਰਕਾਰ ਕੌਣ ਚਲਾ ਰਿਹਾ ਹੈ? ਤੁਹਾਨੂੰ ਕੀ ਲੱਗਦਾ ਹੈ? ਜੋ ਵੀ ਤੁਹਾਨੂੰ ਲੱਗਦਾ ਹੈ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਜੇਕਰ ਇਸੇ ਤਰ੍ਹਾਂ ਹੀ ਹਰ ਖਬਰ ਨੂੰ ਨਿਰਪੱਖਤਾ ਨਾਲ ਵੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube ਤੇ ਦ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਬੈਲ ਵਾਲਾ ਬਟਨ ਜ਼ਰੂਰ ਦਬਾ ਲੈਣਾ। ਜੇਕਰ ਇਹ ਖਬਰ ਤੁਸੀਂ Facebook ਤੇ ਦੇਖ ਰਹੇ ਹੋ ਤਾਂ Facebook ਤੇ ਦ ਪੰਜਾਬ ਟੀਵੀ ਦਾ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਦ ਪੰਜਾਬ ਟੀਵੀ, ਹਰ ਖਬਰ ਦਾ ਸੱਚ।